ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੀਆਂ ਖਬਰਾਂ ਵੱਲ ਜੇਕਰ ਆਪਾਂ ਚੱਲੀਏ ਤਾਂ ਅੱਜ ਤਾਂ ਖਾਸੀ ਐਕਟੀਵਿਟੀ ਦਿਖਾਈ ਹੈ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ, ਤੇ ਮਾਹੌਲ ਪੂਰਾ ਗਰਮ ਹੋਇਆ ਸੀ ਤੇ ਬਿਕਰਮ ਮਜੀਠੀਆ ਦੀ ਉਧਰ ਪੇਸ਼ੀ ਹੋਈ ਹੈ। ਤੇ ਇਹ ਸਾਰਾ ਕਿਹੋ ਜਿਹਾ ਰਿਹਾ ਜੀ ਅੱਜ ਖਾਸ ਤੌਰ ਤੇ ਮਜੀਠੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਾਰਾ ਦਿਨ? ਜੀ ਬਿਲਕੁਲ, ਤੁਹਾਡੀ ਗੱਲ ਦਰੁਸਤ ਹੈ ਕਿ ਅੱਜ ਖੂਬ ਹਲਚਲ ਰਹੀ ਹੈ। ਇਉਂ ਲੱਗਿਆ ਕਿ ਲੰਬੇ ਸਮੇਂ ਬਾਅਦ ਅਕਾਲੀ ਦਲ ਸਰਗਰਮ ਹੋਇਆ ਤੇ ਇਉਂ ਵੀ ਲੱਗਿਆ ਕਿ ਐਨਸੀਪੀ ਦੀ ਐਂਟਰੀ, ਅਕਾਲੀ ਦਲ ਦਾ ਸਰਗਰਮ ਹੋ ਜਾਣਾ, ਆਪਣੇ ਸਾਲੇ ਵਾਸਤੇ ਧਰਨੇ 'ਚ ਸੁਖਬੀਰ ਸਿੰਘ ਬਾਦਲ ਦਾ ਪਹੁੰਚ ਜਾਣਾ, ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕਰਨਾ ਕਿ ਆਪਾਂ ਇਹਨਾਂ ਦੇ ਖਿਲਾਫ ਇਕਜੁੱਟ ਹੋ ਜਾਈਏ। ਇਹ ਸਾਰਾ ਕੁਝ ਇਉਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਜਿਹੜੀ ਕੋਰ ਕਮੇਟੀ ਦੀ ਬੈਠਕ ਹੋਈ ਸੀ ਅਕਾਲੀ ਦਲ ਦੀ, ਉਹਦੇ 'ਚ ਨਿਰਣਾ ਕਰਕੇ ਕੀਤਾ ਗਿਆ ਕਿ ਹੁਣ ਦੋ ਹੱਥ ਕਰਨੇ ਪੈਣੇ ਆ ਮਿੱਤਰੋ, ਬਈ ਘਰ 'ਚ ਹੱਥ ਤੇ ਹੱਥ ਧਰਿਆ ਗੱਲ ਨਹੀਂ ਬਣਦੀ। ਲੱਗਦਾ ਹੈ ਹੁਣ ਖੈਰ ਸਫਲਤਾ ਕਿਹਨੂੰ ਮਿਲਦੀ ਹੈ, ਸਫਲਤਾ ਕਿਹਨੂੰ ਮਿਲਦੀ ਹੈ, ਸਮੇਂ ਨੇ ਤੈਅ ਕਰਨਾ ਹੈ। ਗੱਲ ਅੱਜ ਦੀ ਜੇ ਕਰੀਏ ਤਾਂ ਸਵੇਰੇ ਹੀ ਜਿਹੜੇ ਸੀਗੇ ਮਜੀਠੀਆ, ਇਹਨਾਂ ਨੂੰ ਲਿਆਂਦਾ ਗਿਆ ਤੇ ਫਿਰ ਬਹਿਸ ਹੋਈ ਲੰਮੀ ਚੌੜੀ। ਬਹਿਸ ਕਿਸ ਗੱਲ ਦੀ ਸੀ ਕਿ ਰਿਮਾਂਡ ਤੇ ਖੀਰ ਹਿਸਾਬ ਲਾ ਲਓ ਕਿ ਸਵੇਰ ਤੋਂ ਬਹਿਸਾਂ ਸ਼ੁਰੂ ਹੋਈਆਂ ਤੇ ਜਾ ਕੇ ਮੁੱਕਦੀਆਂ ਨੇ ਬਾਅਦ ਦੁਪਹਿਰ, ਜਦੋਂ 4 ਦਿਨ ਦਾ ਪੁਲਿਸੀਆ ਰਿਮਾਂਡ ਜਿਹੜਾ ਹੈ ਉਹ ਹਾਸਲ ਕੀਤਾ ਜਾਂਦਾ ਹੈ ਮਜੀਠੀਏ ਦਾ। ਇਸ ਦਰਮਿਆਨ ਸੁਖਬੀਰ ਸਿੰਘ ਬਾਦਲ ਦੀ ਤਲਖ ਕਲਾਮੀ ਹੁੰਦੀ ਆ ਪੁਲਿਸ ਅਫਸਰਾਂ ਦੇ ਨਾਲ। ਇਹਨਾਂ ਨੂੰ ਰੋਕਿਆ ਜਾਂਦਾ ਜਦੋਂ ਇਹ ਗੁਰਦੁਆਰਾ ਅੰਬ ਸਾਹਿਬ ਵਿਖੇ ਮੀਟਿੰਗ ਕਰਨ ਜਾ ਰਹੇ ਸੀ। ਵੈਸੇ ਇਹਨਾਂ ਨੂੰ ਉਹ ਜਿਵੇਂ ਲਵਲੀ ਨਿਰਮਾਣ ਦਾ ਗੀਤ ਸੀ ਨਾ, ਉਦੋਂ ਦਿਨ ਤਾਂ ਪੁਰਾਣੇ ਯਾਦ ਆਏ ਹੋਣਗੇ, ਮਤਲਬ ਕਿ ਉਹ ਦਿਨ ਤਾਂ ਪੁਰਾਣੇ ਯਾਦ ਆਏ ਹੋਣਗੇ ਜਦੋਂ ਦੂਜਿਆਂ ਨੂੰ ਇਸ ਤਰ੍ਹਾਂ ਡੰਡੇ ਦੇ ਜ਼ੋਰ ਤੇ ਇਹਨਾਂ ਦੀ ਪੁਲਿਸ ਰੋਕ ਲਿਆ ਕਰਦੀ ਸੀਗੀ। ਰੋਕ ਲਿਆ ਇਹਨਾਂ ਨੂੰ, ਫਿਰ ਇਹ ਪੈਦਲ ਉਤਰ ਕੇ ਜਦੋਂ ਜਾ ਰਹੇ ਸਨ ਤੇ ਇਹਨਾਂ ਨੂੰ ਹਿਰਾਸਤ 'ਚ ਲੈ ਲਿਆ। ਲਗਭਗ 3 ਘੰਟੇ ਗੁਰਪ੍ਰੀਤ ਜੀ ਪੁਲਿਸ ਦੀ ਹਿਰਾਸਤ ਦੇ ਵਿੱਚ ਇਹਨਾਂ ਨੇ ਬਿਤਾਏ ਨੇ। ਇਸ ਤੋਂ ਇਲਾਵਾ ਜੇ ਆਪਾਂ ਹੋਰ ਚੀਜ਼ਾਂ ਦੇਖੀਏ ਜਿਹੜੀਆਂ ਇੰਟਰਸਟਿੰਗ ਨੇ, ਕਿ ਬਿਕਰਮ ਮਜੀਠੀਆ ਨੂੰ ਅੱਜ ਜਦੋਂ ਲਿਆਂਦਾ ਗਿਆ, ਇੰਨਾ ਪਰਦਾ ਰੱਖਿਆ ਗਿਆ ਕਿ ਜੋ ਕੋਰਟ ਕੰਪਲੈਕਸ ਸੀ, ਪਾਰਕਿੰਗ ਸੀ, ਉਸ ਨੂੰ ਵੀ ਪੁਲਿਸ ਪਰਦਿਆਂ ਨਾਲ ਢੱਕਦੀ ਆ ਜੀ। ਮਤਲਬ ਕਿ ਕਈ ਵਾਰ ਪੁਰਾਣੇ ਸਮਿਆਂ 'ਚ ਖੜਾ ਲੱਗਦਾ ਸੀ ਤੇ ਆਲੇ ਦੁਆਲੇ ਵੀ ਚਾਨਣੀਆਂ ਲੱਗ ਜਾਂਦੀਆਂ ਸੀ ਕਿ ਕੋਈ ਵੀ ਬੰਦਾ ਆਸਿਓ ਪਾਸਿਓ ਨਾ ਵੇਖੇ, ਆ ਕੇ ਅੰਦਰ ਹੀ ਬੈਠੇ। ਮਤਲਬ ਕਿ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਜਿਵੇਂ ਮੇਲੇ ਦੇ ਵਿੱਚ ਕੋਈ ਤਮਾਸ਼ਾ ਹੋਣਾ ਹੋਵੇ ਤੇ ਆਲਿਓ ਦੁਆਲਿਓ ਕਵਰ ਕੀਤਾ ਹੋਵੇ ਕਿ ਟਿਕਟ ਕਟਾ ਕੇ ਤਮਾਸ਼ਾ ਦੇਖੋ। ਤਾਂ ਦੂਜੇ ਪਾਸੇ ਜਦੋਂ ਮਜੀਠੀਆ ਨੂੰ ਖੜਿਆ ਜਾ ਰਿਹਾ ਸੀਗਾ, ਤੁਸੀਂ ਗੌਰ ਨਾਲ ਫੁਟੇਜ ਵੇਖੋ ਕਿ ਗੱਡੀ ਦੇ ਵਿੱਚ ਵੀ ਪਰਦੇ ਲਾਏ ਹੋਏ ਨੇ ਨੀਲੇ ਜੀ। ਕਿਤੇ ਕਾਲੀਆਂ ਦੀ ਪੱਗ ਨੀਲੀ ਤੇ ਹੁਣ ਪਰਦੇ ਨੀਲੇ, ਤਾਂ ਪਰਦੇ ਕੇ ਪਿੱਛੇ ਕਿਆ ਹੈ? ਤਾਂ ਗੱਲ ਇਹ ਆ ਕਿ ਮਜੀਠੀਆ ਦੀ ਝਲਕ ਵੀ ਨਹੀਂ ਪੈਣ ਦਿੱਤੀ, ਇੰਨੀ ਸਖਤਾਈ ਸੀ। ਲੱਗਦਾ ਹੈ ਕਿ ਉੱਤੋਂ ਤਾਰਾਂ ਖੂਬ ਖੜਕੀਆਂ ਨੇ। ਖੈਰ ਉਸ ਤੋਂ ਬਾਅਦ ਦੌਰ ਸ਼ੁਰੂ ਹੁੰਦਾ ਹੈ ਗੱਲਾਂ ਬਾਤਾਂ ਦਾ। ਗੱਲਾਂ ਬਾਤਾਂ ਕੀ ਆ? ਸਰਕਾਰੀ ਵਕੀਲ ਪ੍ਰੀਤਇੰਦਰਪਾਲ ਸਿੰਘ ਉਹ ਉਤਰਦੇ ਨੇ ਮੈਦਾਨ 'ਚ ਸਰਕਾਰ ਤਰਫੋਂ, ਕਹਿੰਦੇ ਕਿ ਸ਼ਿਮਲੇ ਦੇ ਵਿੱਚ ਤਗੜੀ ਜ਼ਮੀਨ ਮਿਲੀ ਆ, ਲਗਭਗ 1000 ਕਿੱਲੇ ਦੇ ਕਰੀਬ। ਕਿੱਥੇ ਤੁਰੇ ਫਿਰਦੇ ਜੇ? ਉਹ ਕਹਿੰਦੇ ਕਿ ਗੋਰਖਪੁਰ ਤੇ ਦਿੱਲੀ ਦੇ ਨਾਲ ਵੀ ਜੁੜਦੇ ਆ ਜਾ ਕੇ ਪ੍ਰਾਪਰਟੀ ਦੇ ਤਾਰ, ਕਿ ਉੱਥੇ ਵੀ ਕੁਝ ਪ੍ਰਾਪਰਟੀਆਂ ਹੈਗੀਆਂ ਨੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਗ੍ਰੀਨ ਐਵੀਨਿਊ, ਸ਼ਾਇਦ ਜਲੰਧਰ ਦਾ ਕੋਈ ਗ੍ਰੀਨ ਐਵੀਨਿਊ ਹੈਗਾ ਜੀ, ਤੇ ਉੱਥੇ ਵੀ ਇੱਕ ਸੋਸਾਇਟੀ ਵਿਕਸਿਤ ਕੀਤੀ ਗਈ ਆ ਜਿਹਦੇ ਵਿੱਚ ਮਜੀਠੀਆ ਦੀ ਪਤਨੀ ਦੀ 25% ਹਿੱਸੇਦਾਰੀ ਹੈ ਜੀ। ਕਿਤੇ ਕੰਮ ਖਰਾਬ ਹੋ ਗਿਆ ਜੀ। ਤਾਂ ਗੱਲ ਇਹ ਆ ਕਿ ਸੈਨਿਕ ਫਾਰਮ ਦਾ ਵੀ ਜ਼ਿਕਰ ਹੈ ਕਿ ਸੈਨਿਕ ਫਾਰਮ ਜਿਹੜਾ ਸੀਗਾ ਇਹਨਾਂ ਦਾ ਫਾਰਮ, ਉਸਨੂੰ ਵੀ ਪਹਿਲਾਂ ਵੇਚਿਆ ਗਿਆ ਤੇ ਉਸ ਤੋਂ ਬਾਅਦ ਪ੍ਰਾਪਤ ਕਰ ਲਿਆ ਗਿਆ। ਪੈਸਾ ਸਿਰਫ ਕਹਿੰਦੇ ਡਰੱਗਸ ਤੋਂ ਨਹੀਂ, ਦੂਜੇ ਸਰੋਤਾਂ ਤੋਂ ਵੀ ਪਹੁੰਚਿਆ ਇਹਨਾਂ ਦੇ ਅਕਾਊਂਟਸ ਦੇ ਵਿੱਚ ਜੋ ਮਨੀ ਟ੍ਰਾਂਸਫਰ ਹੋਈ ਆ। ਦੇਖੋ ਦੋਸ਼ ਵੱਡੇ ਲਾ ਦਿੱਤੇ ਗਏ ਨੇ। ਹੁਣ ਇਹਨਾਂ ਦੋਸ਼ਾਂ ਨੂੰ ਕਿੱਦਾਂ ਸਾਬਤ ਕੀਤਾ ਜਾਂਦਾ, ਕਿੱਦਾਂ ਸਥਾਪਿਤ ਕੀਤਾ ਜਾਂਦਾ, ਇਹ ਗੱਲ ਵੇਖਣ ਯੋਗ ਹੋਏਗੀ। ਵੈਸੇ ਤੁਹਾਨੂੰ ਯਾਦ ਹੋਣਾ, ਜੇ ਮੈਂ ਗਲਤ ਨਹੀਂ, ਇੱਕ ਵਾਰੀ ਇੱਕ ਅਦਾਲਤੀ ਦਸਤਾਵੇਜ਼ ਵੀ
ਬੜਾ ਚਰਚਿਤ ਹੋਇਆ ਸੀ ਅੱਜ ਤੋਂ ਲਗਭਗ 1.5-2 ਸਾਲ ਪਹਿਲਾਂ ਜੀਤਾ ਮੋੜ ਦੇ ਮਾਮਲੇ ਦੇ ਵਿੱਚ, ਤੁਹਾਨੂੰ ਯਾਦ ਹੋਵੇਗਾ ਉਦੋਂ ਵੀ ਇਸ ਤਰ੍ਹਾਂ ਦੀ ਖਬਰ ਆਈ ਸੀ ਕਿ ਗਨੀਵ ਕੌਰ ਦਾ ਜ਼ਿਕਰ ਆਇਆ ਕਿਸੇ ਪ੍ਰਾਪਰਟੀ 'ਚ, ਪਰ ਬਾਅਦ ਦੇ ਵਿੱਚ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਸੀ ਹੋਈ, ਕਿਉਂਕਿ ਮਜੀਠੀਆ ਨੇ ਕਦੇ ਵੀ ਪੁਸ਼ਟੀ ਨਹੀਂ ਕੀਤੀ। ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਕਦੇ ਵੀ ਸਮਨ ਤਮਲੀਲ ਨਹੀਂ ਹੋਈ। ਤਾਂ ਮੇਰੇ ਖਿਆਲ ਦੇ ਨਾਲ ਜੇ ਜਲੰਧਰ ਵਾਲਾ ਮਾਮਲਾ ਹੈ ਤੇ ਸ਼ਾਇਦ ਜੇ ਮੈਂ ਗਲਤ ਨਹੀਂ ਆ, ਹੋ ਸਕਦਾ ਕਿ ਉਹਨਾਂ ਕਾਗਜ਼ਾਂ 'ਚੋਂ ਕੋਈ ਗੱਲ ਨਿਕਲੀ ਹੋਵੇ, ਕਿਉਂਕਿ ਉਹਨਾਂ ਕਾਗਜ਼ਾਂ ਤੇ ਅੱਗੇ ਵੀ ਆਪਾਂ ਗੱਲ ਕਰ ਚੁੱਕੇ ਹਾਂ। ਖੈਰ ਮਜੀਠੀਆ ਵਾਸਤੇ ਮੁਸ਼ਕਲਾਂ ਹਨ, ਪਰ ਕੁਝ ਲੋਕ ਚੁੰਝ ਚਰਚਾ ਕਰ ਰਹੇ ਆ ਕਿ ਜਿੰਨਾ ਇਸ ਵਾਰੀ ਅਕਾਲੀ ਦਲ ਨੂੰ ਦਬਾਇਆ ਜਾ ਰਿਹਾ ਹੈ, ਸ਼ਾਇਦ ਉਹਨਾਂ ਦੀ ਵਾਪਸੀ ਦਾ ਰਸਤਾ ਪੱਧਰਾ ਹੋ ਜਾਏਗਾ। ਦੇਖੋ ਸ਼ਾਇਦ ਹੈ, ਕੁਝ ਲੋਕ ਕਿਆਫਾ ਲਾ ਰਹੇ ਐਮਸੀਬੀ ਦੀ ਐਂਟਰੀ, ਯਾਨੀ ਇਹਦੇ ਵਿੱਚ ਅਕਾਲੀ ਭਾਜਪਾ ਦਾ ਗੱਠਜੋੜ ਦਾ ਮੁੱਢ ਵੱਜ ਸਕਦਾ, ਕਿਉਂਕਿ ਐਮਸੀਬੀ ਮਾਮਲਾ ਆਪਣੇ ਹੱਥਾਂ 'ਚ ਲੈ ਲੇਗੀ, ਯਾਨੀ ਮਾਮਲਾ ਕੇਂਦਰ ਕੋਲ ਚਲਾ ਜਾਏਗਾ, ਮਾਮਲਾ ਲਟਕ ਜਾਏਗਾ ਔਰ ਉਹਦੇ 'ਚ ਮਜੀਠੀਏ ਨੂੰ ਫਾਇਦਾ ਮਿਲੇਗਾ ਤੇ ਆਮ ਆਦਮੀ ਪਾਰਟੀ ਨੂੰ ਭਰਪੂਰ ਨੁਕਸਾਨ ਝੱਲਣਾ ਪੈ ਸਕਦਾ ਜੀ। ਜੀ ਸੋ ਵੇਖਦੇ ਹਾਂ ਇਹਦੇ ਵਿੱਚ ਅੱਗੇ ਬਣਦਾ ਕੀ ਹੈ, ਕਿਉਂਕਿ ਜਿਸ ਤਰੀਕੇ ਦਾ ਮਾਹੌਲ ਗਾਂ ਤੋਂ ਗਾਂ ਬਣਦਾ ਜਾ ਰਿਹਾ, ਬਹੁਤ ਸਾਰੇ ਹੋਰ ਪੇਚ ਖੁੱਲਣ ਦੀ ਉਮੀਦ ਹੈ। ਐਨਸੀਬੀ ਦੀ ਐਂਟਰੀ ਕੀ ਜ਼ਾਹਰ ਕਰਦੀ ਹੈ, ਉਹ ਉਸ 'ਤੇ ਵੀ ਲਗਾਤਾਰ ਸਾਰੇ ਨਿਗਾਹ ਟਿਕਾਈ ਬੈਠੇ ਨੇ। ਅੱਗੇ ਚਲੀਏ ਤਾਂ ਕਹਿੰਦੇ ਵੀ ਮੰਤਰੀ ਮੰਡਲ ਦੇ ਵਿੱਚ ਕੱਲ ਹੋਵੇਗਾ ਵਿਸਥਾਰ ਜੀ। ਹਾਂ ਜੀ, ਦੇਖੋ ਕੱਲ ਹੋਵੇਗਾ ਵਿਸਤਾਰ, ਪਰ ਇਹਦੇ ਵਿੱਚ ਹੁਣ ਇਹ ਨਹੀਂ ਹੈ ਸਪਸ਼ਟ ਕਿ ਕੋਈ ਮੰਤਰੀ ਇੱਕ ਤੋਂ ਵਧੇਰੇ ਆਉਣਗੇ ਜਾਂ ਕੱਲੀ ਐਂਟਰੀ ਜਿਹੜੀ ਆ ਅਰੋੜਾ ਸਾਹਿਬ ਦੀ ਹੋਏਗੀ। ਦੇਖੋ 7ਵਾਂ ਰੀਸ਼ਫਲਿੰਗ ਹੈ ਜੀ, 7ਵਾਂ ਫੇਰ ਬਦਲਿਆ, ਤੇ ਹੁਣ ਇਹ ਹੋ ਸਕਦਾ ਕਿ ਜੇ ਅਰੋੜਾ ਸਾਹਿਬ ਦੀ ਐਂਟਰੀ ਵੱਜੇ ਤਾਂ ਕੁਝ ਮੰਤਰਾਲਿਆਂ ਦੇ ਵਿੱਚ ਇੱਧਰ ਉੱਧਰ ਕਰ ਦੇਣ ਫਾਈਲਾਂ, ਮਤਲਬ ਕਿ ਮੰਤਰਾਲਾ ਕਿਸੇ ਨੂੰ ਦੇ ਦਿੱਤਾ ਜਾਵੇ, ਕਿਸੇ ਤੋਂ ਲੈ ਲਿਆ ਜਾਵੇ। ਠੀਕ ਹੈ ਜੀ। ਤੇ ਗੱਲ ਇਹ ਆ ਕਿ ਹੁਣ ਰਾਜ ਭਵਨ ਦੇ ਵਿੱਚ ਤਿਆਰੀਆਂ ਜਿਹੜੀਆਂ ਉਹ ਹੋ ਗਈਆਂ ਨੇ, ਕਿਉਂਕਿ ਪਿਛਲੇ ਹਫਤੇ ਤੁਹਾਨੂੰ ਪਤਾ ਹੀ ਆ ਲਾਲ ਚੰਦ ਕਟਾਰੀਆ ਸਾਹਿਬ ਸੀਗੇ ਜਿਹੜੇ ਉਹ ਚਲੇ ਗਏ ਸਨ ਛੁੱਟੀਆਂ ਤੇ ਜੀ। ਤਾਂ ਹੁਣ ਮੰਤਰੀ ਮੰਡਲ ਦਾ ਵਿਸਤਾਰ ਜਿਹੜਾ ਹੋ ਜਾਏਗਾ, ਕਿਉਂਕਿ ਦੇਖੋ 2 ਮੰਤਰੀਆਂ ਦੀ ਐਂਟਰੀ ਹੋ ਸਕਦੀ ਹੈ, ਕਿਉਂਕਿ 18 ਬਣ ਸਕਦੇ, ਯਾਨੀ ਅਰੋੜਾ ਸਾਹਿਬ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਇੱਕ ਮੰਤਰੀ ਨਵਾਂ ਆ ਸਕਦਾ ਹੈ, ਦੂਜੇ ਵੀ ਸੈੱਟ ਹੋ ਸਕਦੇ ਆ ਕਿਉਂਕਿ ਉਹ ਤਾਂ ਹੈਗੀ ਆ, ਪਰ ਜੇ 4-5 ਵੀ ਲਿਆਉਣੇ ਹੋਣ ਤਾਂ 3 ਨੂੰ ਕੱਢ ਕੇ ਤਾਂ 5 ਸੈੱਟ ਕੀਤੇ ਜਾ ਸਕਦੇ ਆ। ਤਾਂ ਕਿਸ ਤਰ੍ਹਾਂ ਦੀ ਕੰਪੋਜੀਸ਼ਨ ਬਣਾਉਣਗੇ ਇਹ ਤੇ ਇਹੀ ਜਾਣਨ, ਇਹ ਤੇ ਇਹਨਾਂ ਨੂੰ ਹੀ ਪਤਾ ਹੈ। ਪਰ ਕੱਲ ਅਰੋੜਾ ਸਾਹਿਬ ਦਾ ਮੰਤਰੀ ਮੰਡਲ ਦੇ ਵਿੱਚ ਪਹੁੰਚਣਾ ਜਿਹੜਾ ਉਹ ਲਗਭਗ ਤੈਅ ਹੈ। ਗੁਰਪ੍ਰੀਤ ਜੀ, ਮੰਤਰਾਲਾ ਕਿਹੜਾ ਮਿਲੇਗਾ ਸਵੇਰ ਦਾ ਇੰਤਜ਼ਾਰ ਕਰਨਾ ਪਵੇਗਾ, ਥੋੜੇ ਇੰਤਜ਼ਾਰ ਦਾ ਮਜ਼ਾ ਲੀजिए ਜੀ। ਸੋ ਵੇਖਦੇ ਹਾਂ ਅੱਗੇ ਬਣਦਾ ਕੀ ਹੈ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਕਹਿੰਦੇ ਆਪ ਨੇਤਾ ਦੀ ਉਸਾਰੀ ਤੇ ਬੁਲਡੋਜ਼ਰ ਚੱਲਿਆ, ਇਹ ਕਿਵੇਂ ਹੋ ਗਿਆ ਜੀ? ਇਹ ਕਿਆ ਹੁਆ? ਗੱਲ ਇਹ ਆ ਬਈ ਕਦੇ ਤੁਹਾਨੂੰ ਪਤਾ ਹੀ ਆ ਸ਼ਿਕਾਰੀ ਵੀ ਸ਼ਿਕਾਰ ਹੋ ਜਾਇਆ ਕਰਦੇ ਆ। ਦੇਖੋ ਫਰੀਦਕੋਟ ਦਾ ਇਹ ਮਾਮਲਾ ਬੜਾ ਰੌਚਕ ਮਾਮਲਾ ਹੈ ਸਾਹਿਬ। ਇਹਦੇ ਵਿੱਚ ਸੱਚਰ ਸਾਹਿਬ ਬੜੇ ਉੱਥੋਂ ਦੇ ਚਰਚਿਤ ਨਾਮ ਹੈ। ਇਹਨਾਂ ਦਾ ਇੱਕ ਬਹੁਤ ਤਗੜਾ ਹੋਟਲ ਆ, ਸ਼ਾਹੀ ਹਵੇਲੀ ਹੋਟਲ ਜੀ। ਉਹਦੇ ਬਾਹਰ ਜਿਹੜੀ ਕੰਸਟਰਕਸ਼ਨ ਸੀਗੀ, ਉਸਾਰੀ ਸੀਗੀ, ਉਸ ਨੂੰ ਬੁੱਧਵਾਰ ਸਵੇਰੇ ਹਟਾ ਦਿੱਤਾ ਗਿਆ, ਯਾਨੀ ਬਲਡੋਜ਼ਰ ਚੱਲ ਗਿਆ। ਤੇ ਵੈਸੇ ਤੁਹਾਨੂੰ ਪਤਾ ਅੱਜ ਕੱਲ ਬਲਡੋਜ਼ਰ ਜਿਹੜਾ ਯੋਗੀ ਨੇ ਐਸਾ ਸਟਾਰਟ ਕੀਤਾ ਕਿ ਪੂਰੇ ਇੰਡੀਆ ਦੇ ਵਿੱਚ ਹੀ ਘੁੰਮੀ ਜਾਂਦਾ, ਘੁੰਮਦੀ ਭਮੇਰੀਏ ਤੋਂ ਘੁੰਮੀ ਜਾ ਇੱਧਰ ਆ ਗਿਆ। ਕਹਿੰਦੇ ਕਿ ਯੁੱਧ ਨਸ਼ਿਆਂ ਵਿਰੁੱਧ ਆ, ਬਲਡੋਜ਼ਰ ਕੁਚਲ ਦੇਵੇਗਾ ਨਸ਼ਿਆਂ ਨੂੰ। ਬਲਡੋਜ਼ਰ ਚੱਲਿਆ, ਹਾਲੇ ਵੀ ਬਿਰਲਾ ਟਾਮਾ ਜਿਹੜਾ ਕੁਛ ਕਰਕੇ ਚੱਲਦਾ ਹੈ, ਪਰ ਬਹੁਤਾ ਕੁਝ ਵਟਿਆ ਨਹੀਂ ਜਾਂਦਾ, ਇਹ ਆਪਾਂ ਨੂੰ ਵੀ ਪਤਾ। ਤਾਂ ਬਹਰਹਾਲ ਇਹਨਾਂ ਦੇ ਉੱਤੇ ਕਿਵੇਂ ਚੱਲ ਗਿਆ ਬਲਡੋਜ਼ਰ, ਇਹ ਤੁਸੀਂ ਸਵਾਲ ਚੁੱਕਿਆ। ਇਹਦਾ ਜਵਾਬ ਜਿਹੜਾ ਹੈ ਉਹ ਖਬਰ ਦੇ ਵਿੱਚੋਂ ਹੀ ਲੱਭ ਜਾਂਦਾ ਹੈ। ਦਰਅਸਲ ਕਿ ਜਿਹੜੇ ਅਰਸ਼ ਸੱਚਰ ਆ ਉਹ ਕਹਿੰਦੇ ਆ ਕਿ ਵੇਖੋ ਜੀ, ਮੈਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਜੋ ਤਥਾ ਕਥਿਤ ਬੇਨਿਯਮੀਆਂ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਮੁੱਖ ਮੰਤਰੀ ਦੇ ਪਾਸ। ਠੀਕ ਹੈ ਜੀ, ਜਿਹਦੇ ਤੇ ਵਿਜੀਲੈਂਸ ਜਾਰੀ ਆ। ਹੁਣ ਉਹਨਾਂ ਤੇ ਹੀ ਦਬਾਅ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਦੇਖੋ ਗੱਲਾਂ ਟਿਕਾਣੇ ਲੱਗ ਰਹੀਆਂ ਨੇ ਨਾ, ਪਤਾ ਲੱਗ ਰਿਹਾ। ਤੇ ਇਹਦਾ ਮਤਲਬ ਇਹ ਆ ਕਿ ਇਹਨਾਂ ਦਾ ਹੀ ਕੋਈ ਲੋਕਲ ਨੇਤਾ ਹੋਏਗਾ ਜਾਂ ਐਮਐਲਏ ਹੋ ਸਕਦਾ ਹੈ ਕਿ ਉਹ ਉਸ ਧੜੇ ਦੇ ਹੱਕ 'ਚ ਖਲੋਂਦਾ ਹੋਵੇ, ਜਾਂ ਕਿਉਂਕਿ ਵੀਸੀ ਦਾ ਮਾਮਲਾ ਹੈ, ਵੀਸੀ ਨੂੰ ਜਾਂਚ ਪੜਤਾਲ ਵਾਸਤੇ ਬੁਲਾਇਆ ਗਿਆ ਸੀਗਾ। ਤਾਂ ਗੱਲ ਇਹ ਆ ਕਿ ਭਾਈ ਇਹ ਮਾਮਲਾ ਜਿਹੜਾ
ਉਹ ਆਪ ਵਰਸਸ ਆਪ ਹੀ ਆ, ਜਾਂ ਕਹ ਲਓ ਕਿ ਨੇਤਾ ਵਰਸਸ ਨੇਤਾ, ਝਾੜੂ ਦੇ ਨੇਤਾ ਵਰਸਸ ਝਾੜੂ ਦੇ ਨੇਤਾ। ਤਾਂ ਉਹ ਕਹਿ ਰਹੇ ਆ ਕਿ ਮੈਂ ਸ਼ਿਕਾਇਤ ਕੀਤੀ ਹੈ, ਤੇ ਤਨਾਤਨੀ ਜਿਹੜੀ ਆ ਉਹ ਦੋ ਗਰੁੱਪਾਂ ਦੀ ਉਹੀ ਜਾਪਦੀ ਆ, ਕਿਉਂਕਿ ਇਹਦੇ ਵਿੱਚ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਹੈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ, ਬਾਬਾ ਫਰੀਦ ਯੂਨੀਵਰਸਿਟੀ ਦਾ, ਤਾਂ ਕਿਉਂਕਿ ਬੀਤੇ ਦਿਨੀ ਆਪਾਂ ਵਿਜੀਲੈਂਸ ਦੀ ਇੱਕ ਜਾਂਚ ਦੀ ਚਰਚਾ ਸੁਣੀ ਸੀਗੀ VC ਸਾਹਿਬ ਦੀ, ਤਾਂ ਇਹ ਜੁੜਦਾ ਹੈ ਮਾਮਲਾ ਉੱਥੇ ਜਾ ਕੇ। ਪਰ ਜੇਕਰ ਦੇਖੋ ਇਹਨਾਂ ਨੇ ਕੋਈ ਨਜਾਇਜ਼ ਉਸਾਰੀ ਕੀਤੀ ਹੈ ਤੇ ਇਹਨਾਂ ਵਾਸਤੇ ਗੱਲ ਠੀਕ ਨਹੀਂ ਹੈ ਜੀ। ਪਰ ਜੇ ਬਦਲਾਖੋਰੀ, ਕਿਉਂਕਿ ਸ਼ਿਕਾਇਤ ਤਾਂ ਹੋਈ ਆ, ਜਾਂਚ ਤਾਂ ਚੱਲ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਪਰ ਮਸਲਾ ਇਹ ਆ ਕਿ ਜੇ ਨਜਾਇਜ਼ ਉਸਾਰੀ ਕੀਤੀ ਹੈ ਤਾਂ ਤੁਸੀਂ ਗਲਤ ਕੀਤਾ, ਪਰ ਹੋਣੀ ਕਿਉਂ? ਜਦੋਂ ਜਾਂਚ ਪੜਤਾਲ ਸ਼ੁਰੂ ਹੋਈ ਹੈ, ਜਦੋਂ ਸ਼ਿਕਾਇਤ ਕੀਤੀ ਹੈ, ਤਾਂ ਉਸ ਤੋਂ ਬਾਅਦ ਹੀ ਕਿਉਂ? ਜਿਵੇਂ ਆਪਾਂ ਆਮ ਹੀ ਸਵਾਲ ਕਰਦੇ ਹਾਂ ਕਿ ਹੁਣ ਤੇ ਤੁਸੀਂ ਕਹਿ ਦਿੰਦੇ ਹੋ ਕਿ ਇਹ ਇਲੀਗਲ ਕੰਸਟਰਕਸ਼ਨ ਹੈ ਜੀ, ਇਹ ਗੈਰ ਕਾਨੂੰਨੀ ਉਸਾਰੀ ਆ। ਜਦੋਂ ਉਸਾਰੀ ਹੋ ਰਹੀ ਹੁੰਦੀ ਆ, ਤੁਸੀਂ ਸੁੱਤੇ ਹੁੰਦੇ ਹੋ, ਉਦੋਂ ਬਾਗੜਾ ਖੇਡਦੇ ਹੋ ਤੁਸੀਂ, ਉਦੋਂ ਕਿੱਥੇ ਚਲੇ ਜਾਂਦੇ ਹੋ? ਸੋ ਕਈ ਤਰ੍ਹਾਂ ਦੇ ਚਰਚੇ ਨੇ ਇਹਨਾਂ ਗੱਲਾਂ ਨੂੰ ਲੈ ਕੇ ਕਿ ਸੱਚਰ ਸਾਹਿਬ ਜਿਹੜੇ ਆ ਉਹ ਇੱਕ ਵੱਖਰੇ ਗਰੁੱਪ ਤੋਂ ਨੇ, ਤੇ ਦੂਸਰੇ ਜਿਹੜੇ ਸੇਖੋ ਸਾਹਿਬ MLA ਨੇ ਉਹ ਦੂਸਰੇ ਗਰੁੱਪ ਤੋਂ ਨੇ, ਤੇ ਇਹਨਾਂ ਨੇ ਨਾਲ ਕਹਿ ਦਿੱਤਾ ਕਿ ਦੇਖੋ ਮੈਡੀਕਲ ਭ੍ਰਿਸ਼ਟਾਚਾਰ ਦੇ ਖਿਲਾਫ ਮੈਂ ਪਿੱਛੇ ਨਹੀਂ ਹਟਾਂਗਾ, ਭਾਵੇਂ ਕੁਝ ਵੀ ਹੋ ਜਾਵੇ। ਜੀ। ਸੋ ਵੇਖਦੇ ਹਾਂ ਅੱਗੇ ਬਣਦਾ ਕੀ ਹੈ। ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਕਾਂਗਰਸੀ ਕਾਟੋ ਕਲੇਸ਼ ਬਿਲਕੁਲ ਸਿਖਰ ਤੇ ਹੈ। ਆਪਾਂ ਕਈ ਦਿਨਾਂ ਤੋਂ ਜਿਉਂ ਤੋਂ ਹਾਰ ਹੋਈ ਹੈ ਆਸ਼ੂ ਜੀ ਦੀ ਲਗਾਤਾਰ ਚਰਚਾ ਇਸ ਤੇ ਕਰ ਰਹੇ ਹਾਂ, ਹੁਣ ਗੱਲ ਕਿੱਧਰ ਨੂੰ ਤੁਰਦੀ ਜਾਪਦੀ ਹੈ ਜੀ? ਦੇਖੋ ਅੱਜ ਜਿਸ ਤਰ੍ਹਾਂ ਰਾਜਾ ਵੜਿੰਗ ਜੀ ਨੇ ਐਕਸ਼ਨ ਲਿਆ ਤਾਂ ਉਤੋਂ ਸਾਫ਼ ਆ, ਦੇਖੋ ਭਾਰਤ ਭੂਸ਼ਣ ਆਸ਼ੂ ਜੀ ਦਾ ਹਾਰ ਜਾਣਾ ਵੜਿੰਗ ਸਾਹਿਬ ਦੇ ਧੜੇ ਦੀ ਸੇਫਟੀ ਹੈ ਜੀ। ਦੇਖੋ ਰਾਜਨੀਤੀ ਦੇ ਵਿੱਚ ਗੁਰਪ੍ਰੀਤ ਜੀ ਇੱਕ ਦੀ ਸਿਆਸੀ ਡੈਥ ਚੋਂ ਦੂਜੇ ਦੀ ਸਿਆਸੀ ਜ਼ਿੰਦਗੀ ਨਿਕਲ ਆਉਂਦੀ, ਇਹ ਸੱਚ ਹੈ ਜੀ। ਤਥਾਪਿਤ ਰੱਖਿਆ ਇੱਥੇ ਇੱਕ ਨੂੰ ਡਬੋ ਕੇ ਉਹਦੇ ਮੋਢਿਆਂ ਤੇ ਲੱਤਾਂ ਰੱਖ ਕੇ ਪੈਰ ਰੱਖ ਕੇ ਪਾਰ ਲੰਘਿਆ ਜਾਂਦਾ ਹੈ। ਰਾਜਨੀਤੀ ਐਸੀ ਹੀ ਦਲਦਲ ਹੈ। ਗੱਲ ਇਹ ਆ ਕਿ ਆਸ਼ੂ ਦਾ ਹਾਰ ਜਾਣਾ, ਰਾਜਾ ਵੜਿੰਗ ਦਾ ਧੜਾ ਮਜ਼ਬੂਤ ਹੋ ਜਾਣਾ, ਇਹ ਇੱਕ ਸੁਭਾਵਿਕ ਪ੍ਰਕਿਰਿਆ ਹੈ ਰਾਜਨੀਤੀ ਦੀ। ਇਹਦੇ ਵਿੱਚ ਤੁਸੀਂ ਦੇਖੋ ਨਾ, ਹੁਣ ਚਰਨਜੀਤ ਚੰਨੀ ਕਿੱਦਾਂ ਨਿਸ਼ਾਨੇ ਤੇ ਆਏ ਜੀ, ਪ੍ਰਗਟ ਸਿੰਘ ਕਿੱਦਾਂ ਨਿਸ਼ਾਨੇ ਤੇ ਚੱਲ ਰਹੇ ਨੇ, ਰਾਣਾ ਗੁਰਜੀਤ ਖਾਮੋਸ਼ ਹੋ ਗਏ ਜੀ। ਤਾਂ ਇਹੀ ਚੀਜ਼ ਹੁੰਦੀ ਹੈ ਨਾ। ਤਾਂ ਐਕਟਿਵ ਕੌਣ ਹੈ? ਐਕਟਿਵ ਹੈ ਜੋ ਇਸ ਵੇਲੇ ਸ਼ਹਿਨਸ਼ਾਹ, ਕਹ ਲਓ ਪ੍ਰਧਾਨ, ਮਾਲਕ ਮੁਖਤਿਆਰ ਰਾਜਾ ਵੜਿੰਗ। ਤਾਂ ਗੱਲ ਇਹ ਆ ਕਿ ਫਿਰ ਕੜਵਲ ਸਾਹਿਬ ਇੱਕ ਜੋ ਐਂਟਰੀ ਹੋਈ ਸੀ ਕਰਨ ਵੜਿੰਗ ਜੀ ਦੀ, ਇਹ ਦੋ ਐਂਟਰੀਆਂ ਰਾਜਾ ਵੜਿੰਗ ਨੇ ਰੋਕ ਦਿੱਤੀਆਂ ਕਿ ਨਾ ਬਈ ਨਾ, ਨਾ ਬਈ ਨਾ। ਕਿਉਂ? ਦਾ ਵੱਡਾ ਕਾਰਨ ਹੈ, ਤੁਹਾਨੂੰ ਯਾਦ ਹੋਣਾ ਭਾਰਤ ਭੂਸ਼ਣ ਆਸ਼ੂ ਨੇ ਬੈਂਸ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ ਸੀਗਾ ਕਿ ਭਾਈ ਮੈਂ ਤੇ ਉਹਨੂੰ ਕਾਂਗਰਸੀ ਨਹੀਂ ਮੰਨਦਾ ਜੀ, ਕਾਂਗਰਸ ਨੇ ਤੁਹਾਨੂੰ ਪ੍ਰਵਾਹ ਨਹੀਂ ਕੀਤਾ। ਹੁਣ ਬੈਂਸ ਹੈਗੇ ਰਾਜਾ ਵੜਿੰਗ ਦੇ ਗਰੁੱਪ ਦੇ ਵਿੱਚ ਇਸ ਟਾਈਮ। ਤਾਂ ਗੱਲ ਤੇ ਲੱਗੀ ਫੱਬੀ ਦੀ ਹੁੰਦੀ ਆ ਨਾ, ਜਦੋਂ ਕਿਸੇ ਦਾ ਦਾ ਫੱਬ ਜਾਵੇ ਉਦੋਂ ਫਿਰ ਮਾੜਾ ਵੀ ਟੁੱਟੀ ਮੂੰਗਲੀ ਦੇ ਨਾਲ 100 ਕੱਚ ਦੇ ਗਲਾਸ ਤੋੜ ਦਿੰਦਾ ਜੀ। ਜੀ ਜੀ। ਇਸ ਕਰਕੇ ਰਾਜਾ ਵੜਿੰਗ ਦਾ ਧੜਾ ਉਹ ਤੇ ਹੋ ਗਿਆ ਥੋੜਾ ਜਿਹਾ ਸੁਰੱਖਿਅਤ, ਤੇ ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਦਾ ਧੜਾ ਜਿਹੜਾ ਸੀਗਾ ਉਹ ਜਾ ਪਿਆ ਮੂੰਹ ਦੇ ਮੂੰਹ। ਇਸੇ ਕਰਕੇ ਤੁਸੀਂ ਵੇਖੋਗੇ ਤੇ ਚੰਨੀ ਜਾਂ ਪ੍ਰਗਟ ਸਿੰਘ ਦਾ ਜਦੋਂ ਜ਼ਿਕਰ ਆਇਆ ਕਿ ਇਹਨਾਂ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਸਕਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋ, ਤਾਂ ਉਹਦੇ ਵਿੱਚ ਬਹੁਤੀ ਜ਼ਿਆਦਾ ਕਹਿ ਲਓ ਕਿ ਦੂਜੇ ਧੜੇ ਦੀ ਕੋਈ ਡਿਫੈਂਸਿਵ ਦਲੀਲ ਇਹਨਾਂ ਦੇ ਹੱਕ ਦੇ ਵਿੱਚ ਆਈ ਨਹੀਂ ਹੈ। ਜੀ ਸੋ ਇਸ ਕਰਕੇ ਰਾਜਾ ਵੜਿੰਗ ਨੇ ਸਪਸ਼ਟ ਸੰਕੇਤ ਦੇ ਦਿੱਤੇ ਆ ਕਿ ਕੜਵਲ ਸਾਹਿਬ ਦੀ ਜਿਹੜੀ ਐਂਟਰੀ ਹੋਈ ਸੀ ਕਿ ਭਾਈ ਉਹ ਫਿਲਹਾਲ ਹੋਲਡ ਕਰ ਦਿੱਤੀ ਗਈ ਆ, ਯਾਨੀ ਇਹਨਾਂ ਦਾ ਜਿਹੜਾ ਆਪਸੀ ਟਕਰਾਓ ਹੈ ਉਹ ਗੁਰਪ੍ਰੀਤ ਜੀ ਸਿਖਰ ਛੋ ਰਿਹਾ ਹੈ। ਤੇ ਇਹ ਵੈਸੇ ਇਮਕਾਨ ਇਸ ਗੱਲ ਦਾ ਪਹਿਲਾਂ ਹੀ ਸੀਗਾ ਕਿ ਇਹ ਜਿੱਤਣ ਜਾਂ ਹਾਰਨ ਇਹਨਾਂ ਨੇ ਖੜਕਾ ਧੜਕਾ ਕਰਨਾ ਹੀ ਕਰਨਾ ਆ। ਕੁਝ ਆਪਾਂ ਨੂੰ ਮਤਲਬ ਕਿ ਘਰਾਂ ਦਾ ਅੰਦਾਜ਼ਾ ਹੁੰਦਾ ਹੀ ਆ ਕਿ ਇਹਨਾਂ ਦੇ ਵਿਆਹ ਸ਼ਾਦੀ 'ਚ ਛਤਰਪੋਲਾ ਚੱਲ ਜਾਣਾ ਜੀ ਜੀ। ਤਾਂ ਉਸੇ ਤਰ੍ਹਾਂ ਕਾਂਗਰਸ ਦਾ ਵੀ ਇਹ ਹਾਲ ਹੁੰਦਾ ਕਿ ਇਲੈਕਸ਼ਨ ਸਾਨੂੰ ਸੰਕੇਤ ਦੇ ਦਿੰਦਾ ਹੈ ਕਿ ਇਹ ਜਿੱਤਣ ਚਾਹੇ ਹਾਰਨ ਖੜਕਾ ਦੜਕਾ ਜਿਵੇਂ ਨਾ ਖੜਕਾ ਦੜਕਾ ਹੋ ਜੂ, ਨਹੀਂ ਤੇਰੇ ਪਿੱਛੇ ਖੜਕਾ ਦੜਕਾ ਹੋ ਜੂ, ਖੜਕਾ ਦੜਕਾ ਹੋ ਜਾਂਦਾ ਹੈ ਜੀ। ਜੀ। ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਦਿਲਜੀਤ ਦੀ ਫਿਲਮ ਬੇਸ਼ੱਕ ਨਹੀਂ ਰਿਲੀਜ਼ ਹੋਣ ਦਿੱਤੀ ਗਈ ਭਾਰਤ ਦੇ ਵਿੱਚ, ਪਾਕਿਸਤਾਨ 'ਚ ਦੱਸਿਆ ਜਾ ਰਿਹਾ ਚੰਗਾ ਪਰਫਾਰਮ ਕਰ ਰਹੀ ਹੈ,
ਪਰ ਲਗਾਤਾਰ ਬੀਜੇਪੀ ਦੇ ਵੱਲੋਂ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਦਿਲਜੀਤ ਦੇ ਪਹਿਲਾਂ ਆਰਪੀ ਸਿੰਘ ਆਉਂਦੇ ਨੇ, ਉਸ ਤੋਂ ਬਾਅਦ ਹੌਬੀ ਧਾਲੀਵਾਲ ਹੁਣੀ ਪ੍ਰੈਸ ਕਾਨਫਰੰਸ ਕੀਤੀ। ਹੁਣ ਦੱਸਿਆ ਇਹ ਜਾ ਰਿਹਾ ਕਿ ਹੰਸਰਾਜ ਹੁਣੀ ਵੀ ਹੱਕ 'ਚ ਨਿੱਤਰੇ ਨੇ। ਬਿਲਕੁਲ ਬਿਲਕੁਲ, ਇਹ ਮੇਰੇ ਖਿਆਲ ਦੇ ਦੇਖੋ ਹੰਸਰਾਜ ਹੰਸ ਗੁਰਪ੍ਰੀਤ ਜੀ ਜਿੰਨਾ ਕੁ ਕਿਉਂਕਿ ਇਹਨਾਂ ਨੇ ਜਦੋਂ ਫਰੀਦਕੋਟ ਵਾਲਾ ਇਲੈਕਸ਼ਨ ਲੜ ਲਿਆ ਸੀ, ਉਸ ਤੋਂ ਬਾਅਦ ਇੱਕ ਵਾਰੀ ਮੇਰੇ ਨਾਲ ਇਹਨਾਂ ਨੇ ਲੰਮੀ ਚੌੜੀ ਗੱਲਬਾਤ ਕੀਤੀ ਸੀਗੀ ਜੀ। ਤੇ ਕਈ ਵਾਰ ਨੇਤਾ ਨਾ ਗਿਲਾ ਸ਼ਿਕਵਾ ਕਰਦੇ ਨੇ ਸਾਡੇ ਨਾਲ ਕਿ ਤੁਸੀਂ ਯਾਰ ਕੀ ਗੱਲ ਹੈ ਕਾਹਤੋਂ। ਉਹਨਾਂ ਨੂੰ ਇਹ ਹੁੰਦਾ ਕਿ ਕੋਈ ਪਰਸਨਲ ਤਾਂ ਨਹੀਂ ਸਾਡੇ ਨਾਲ ਇਸ਼ੂ ਜੀ, ਨਹੀਂ, ਸਾਡਾ ਕੋਈ ਨਿੱਜੀ ਨਹੀਂ ਹੁੰਦਾ। ਤਾਂ ਮਤਲਬ ਕਿ ਇਸ ਤਰ੍ਹਾਂ ਹੁੰਦਾ ਕਿ ਕਈ ਵਾਰ ਨੇਤਾ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਪਰਸਨਲ ਹਾਂ, ਪਰ ਨਹੀਂ, ਅਸੀਂ ਪ੍ਰੋਫੈਸ਼ਨਲ ਹਾਂ। ਤਾਂ ਫਿਰ ਕਈ ਵਾਰ ਉਹ ਬੰਦਿਆਂ ਨੂੰ ਆਪਣਾ ਹੋ ਜਾਂਦੀ ਕਿ ਨਹੀਂ, ਆਪਦੀ ਜਗ੍ਹਾ ਠੀਕ ਨੇ, ਜੇ ਸਾਡੀ ਆਲੋਚਨਾ ਕਰ ਰਹੇ ਨੇ ਤਾਂ ਕੁਝ ਖਾਸ ਮੁੱਦਿਆਂ ਤੇ ਆ, ਪਰਸਨਲ ਨਹੀਂ, ਵਿਅਕਤੀਗਤ ਨਹੀਂ ਹੈ, ਰਾਜਨੀਤਿਕ ਹੋ ਸਕਦੀ ਹੈ, ਵਿਚਾਰਧਾਰਕ ਹੋ ਸਕਦੀ ਹੈ। ਤਾਂ ਮੇਰੇ ਨਾਲ ਲੰਮੀ ਚੌੜੀ ਗੁਫ਼ਤਗੂ ਕੀਤੀ ਇਹਨਾਂ ਨੇ, ਦਿੱਤਾ ਲਾਂਭਾ ਹੀ ਸੀ ਜੀ ਜੀ। ਖੈਰ ਜਦੋਂ ਫਰੀਦਕੋਟ ਦਾ ਇਲੈਕਸ਼ਨ ਓਵਰ ਹੋਇਆ ਉਸ ਤੋਂ ਬਾਅਦ ਦੀ ਗੱਲ, ਇਹਨਾਂ ਨੇ ਫਿਰ ਜੋ ਆਪਦਾ ਦਰਦ ਬਿਆਨ ਕੀਤਾ ਸੀਗਾ ਕਾਫੀ ਲੰਮੀ ਚੌੜੀ ਮੇਰੇ ਨਾਲ, ਕਿਉਂਕਿ ਮੇਰੀ ਆਦਤ ਹੈ ਗੁਰਪ੍ਰੀਤ ਜੀ, ਮੈਂ ਰਿਕਾਰਡਿੰਗਾਂ ਨਹੀਂ ਕਰਦਾ ਜੀ। ਅੱਜ ਗੱਲ ਕੁਦਰਤੀ ਚੱਲੀ ਆ, ਕਿਉਂਕਿ ਮੇਰੇ ਕੋਲ ਤੇ ਕਈ ਨੇਤਾ ਜਿਹੜੇ ਆਪਦਾ ਘਰ ਦਾ ਦੁੱਖ ਵੀ ਰੋ ਲੈਂਦੇ ਆ। ਉਹਨਾਂ ਨੂੰ ਪਤਾ ਇਹ ਖੂਹ ਆ, ਜੇ ਪਰਸਨਲ ਗੱਲ ਰੱਖਤੀ ਸਾਹਮਣੇ ਤੇ ਇਹ ਨਹੀਂ ਹੈ ਕਿ ਨਿਕਲ ਆਏਗੀ। ਸੋ ਮੈਨੂੰ ਜਿੰਨਾ ਕੁ ਅੰਦਾਜ਼ਾ ਹੋਇਆ ਕਿ ਦਰਅਸਲ ਪਹਿਲਾਂ ਹੰਸ ਨੂੰ ਰਾਜਨੀਤੀ ਨੇ ਵਰਤਿਆ ਤੇ ਫਿਰ ਹੰਸ ਰਾਜਨੀਤੀ ਨੂੰ ਵਰਤਾਇਆ। ਮੈਂ ਵੱਡੀ ਗੱਲ ਕਹਿ ਰਿਹਾ, ਰਿਪੀਟ ਕਰ ਦਿੰਦਾ, ਕਨਕਲੂਡ ਕਰ ਦਿੰਦਾ, ਦੂਜੀਆਂ ਗੱਲਾਂ ਨਹੀਂ ਕਰਾਂਗਾ ਜੋ ਪਰਸਨਲ ਕਿਸੇ ਦੀਆਂ ਵਿਅਕਤੀਗਤ ਗੱਲਾਂ ਹੁੰਦੀਆਂ ਨੇ। ਘਰ ਦੀਆਂ ਗੱਲਾਂ ਵੀ ਕੀਤੀਆਂ ਇਹਨਾਂ ਨੇ, ਆਪਣੀ ਨਿੱਜੀ ਜ਼ਿੰਦਗੀ ਦੀਆਂ। ਇਹਨਾਂ ਦੀ ਗੱਲਬਾਤ ਜਿਹੜੀ ਮੈਂ ਅੱਧੇ ਘੰਟੇ ਤੋਂ ਵੱਧ ਕੀਤੀ, ਉਹਦਾ ਨਤੀਜਾ ਇਹ ਸੀ ਕਿ ਪਹਿਲਾਂ ਮੈਨੂੰ ਵਰਤਿਆ ਗਿਆ, ਹੁਣ ਮੈਂ ਚਲੋ ਠੀਕ ਠਾਕ ਆ ਜਿੰਨਾ ਹੋ ਗਿਆ। ਤਾਂ ਇਹਦਾ ਅੱਜ ਇਹਨਾਂ ਨੇ ਪੱਕਾ ਸਬੂਤ ਦਿੱਤਾ। ਸਬੂਤ ਇਉਂ ਦਿੱਤਾ ਕਿ ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪਾਕਿਸਤਾਨ ਦਾ ਕੋਈ ਆਵਾਮ ਥੋੜੀ ਮਾੜਾ, ਸਰਕਾਰ ਮਾੜੀ ਹੈ ਜੀ। ਬਿਲਕੁਲ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਜੀ। ਕੋਈ ਹੁਣ ਮੈਨੂੰ ਵੀ ਦੇਸ਼ ਵਿਰੋਧੀ ਕਹਿ ਦੇਵੇ ਕਿ ਜਨਤਾ ਨਹੀਂ ਮਾੜੀ ਹੁੰਦੀ, ਲੋਕ ਨਹੀਂ ਮਾੜੇ ਹੁੰਦੇ, ਕੁਝ ਲੋਕਾਂ ਨੂੰ ਛੱਡ ਕੇ, ਜਾਂ ਕਹਿ ਲਓ ਕਿ ਜਿਹੜੀ ਸਿਆਸਤ ਆ ਇਹਨਾਂ ਨੂੰ ਛੱਡ ਕੇ ਬਾਕੀ ਲੋਕ ਜਿਹੜੇ ਆ ਉਹ ਅਮਨਾ ਮਾਣ ਵਾਲੇ ਹੁੰਦੇ, ਮੁਹੱਬਤ ਵਾਲੇ ਹੁੰਦੇ ਆ। ਤਾਂ ਖੈਰ ਹੰਸ ਨੇ ਦਿਲਜੀਤ ਦੇ ਹੱਕ ਦੇ ਵਿੱਚ ਜਿਹੜੀ ਗੱਲ ਕਹੀ ਆ, ਹੰਸ ਤੇ ਮੈਂ ਬਾਅਦ ਦੇ ਵਿੱਚ ਆਪਣੀ ਟਿੱਪਣੀ ਦੇ ਦਿੰਦਾ ਕਿ ਇਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਦੋਸਾਂਝ ਹੰਬਲ ਕਲਾਕਾਰ ਆ, ਪ੍ਰੋਡਿਊਸਰ ਵੀ ਹੰਬਲ ਆ, ਤੇ ਇਹ ਗਲਤ ਆ ਕਿਉਂਕਿ ਜਦੋਂ ਫਿਲਮ ਬਣੀ ਸਰਦਾਰ ਜੀ 3 ਤੇ ਗੱਲ ਇਹ ਆ ਕਿ ਉਦੋਂ ਤੱਕ ਤੇ ਕੁਝ ਵੀ ਨਹੀਂ ਸੀ, ਉਸ ਤੋਂ ਬਾਅਦ ਸਾਰਾ ਕੁਝ ਹੋਇਆ। ਦੱਸੋ ਦਿਲਜੀਤ ਦਾ ਜਾਂ ਪ੍ਰੋਡਿਊਸਰ ਦਾ ਕੀ ਕਸੂਰ ਹੈ? ਬਿਲਕੁਲ ਇਹਨਾਂ ਦੀ ਗੱਲ ਦਰੁਸਤ ਆ। ਇਹ ਇੱਥੋਂ ਦੀ ਅੰਨੀ ਨਫ਼ਰਤ ਆ ਕਿ ਇੱਕ ਇੰਡੀਅਨ ਪ੍ਰੋਡਿਊਸਰ ਦਾ ਪੈਸਾ ਤੁਸੀਂ ਡੁਬੋ ਰਹੇ ਹੋ। ਬੇਸ਼ੱਕ ਠੀਕ ਆ, ਮੈਨੂੰ ਲੱਗਦਾ ਕਿ ਪੈਸਾ ਰਿਕਵਰ ਹੋ ਜਾਏਗਾ ਪ੍ਰੋਡਿਊਸਰ ਦਾ, ਬਟ ਗੱਲ ਇਹ ਆ ਕਿ ਤੁਸੀਂ ਆਪਣੇ ਹੀ ਬੰਦੇ ਨੂੰ ਕਿਉਂ ਨੁਕਸਾਨ ਕਰ ਰਹੇ ਹੋ? ਅੱਗੇ ਵੀ 36 ਫਿਲਮਾਂ ਕਲਾਕਾਰਾਂ ਨੇ, ਪਾਕਿਸਤਾਨੀ ਕਲਾਕਾਰਾਂ ਨੇ ਇੱਥੇ ਬਣਾਈਆਂ ਨੇ। ਅਮਰਿੰਦਰ ਗਿੱਲ ਦੇ ਨਾਲ ਹੈ ਜੀ, ਫਲਾਣੇ ਦੇ ਨਾਲ ਹੈ, ਢਮਕਾਣੇ ਦੇ ਨਾਲ ਆ। ਜੇ ਇੱਕ ਆ ਗਈ ਸੀ ਐਕਟਰਸ ਤੇ ਕਿੱਡੀ ਕੁ ਗੱਲ ਹੈ। ਪਰ ਇੱਥੇ ਕੁਝ ਐਕਟਰਸ ਨੂੰ ਵੀ ਮੌਕਾ ਮਿਲ ਗਿਆ ਵੀ ਕੱਲ ਨੂੰ ਸਾਡੀ ਪਾਰੀ ਖਤਮ ਨਾ ਹੋ ਜਾਵੇ ਤੇ ਕੋਈ ਪਾਕਿਸਤਾਨਣ ਆ ਕੇ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਜਾਵੇ। ਬੜੀ ਜੈਲਸ ਜੀ ਇਸ ਇੰਡਸਟਰੀ ਦੇ ਵਿੱਚ, ਬੜੀ ਕੁੱਤੀ ਖੇਡ ਚੱਲਦੀ ਹੈ ਜੀ ਇਸ ਫਿਲਮ ਇੰਡਸਟਰੀ ਚ। ਤੌਬਾ ਤੌਬਾ ਤੌਬਾ। ਜੇ ਕਿਤੇ ਤੁਹਾਨੂੰ ਗੱਲਾਂ ਦੱਸਣ ਲੱਗ ਜਾਵਾਂ ਵੀ ਇਹੋ ਜਿਹੇ ਜਿਹੜੇ ਲੋਕਾਂ ਨੂੰ ਲੋਕ ਪੂਜਦੇ ਆ, ਉਹ ਅੰਦਰੋਂ ਕਿਹੋ ਜਿਹੀ ਉੱਥੇ ਖੇਡ ਖੇਡਦੇ ਆ, ਗੱਲੋਂ ਹੀ ਛੱਡ ਦਿਓ। ਖੈਰ ਚਲੋ ਆਪਣਾ ਉਹ ਵਿਸ਼ਾ ਨਹੀਂ ਹੈ। ਮੈਂ ਹੰਸਰਾਜ ਹੰਸ ਤੇ ਆ ਜਾਣਾ ਕਿ ਜਿਹੜੀ ਇਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਆਪਣੀ ਗੱਲ ਰੱਖੀ ਆ, ਤਾਂ ਉਹ ਤੋਂ ਸਾਫ਼ ਅੰਦਾਜ਼ਾ ਲਾ ਲਓ ਤੁਸੀਂ ਕਿ ਹੰਸਰਾਜ ਹੰਸ ਆਪਣੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਮੈਂ ਤੁਹਾਡੇ ਨਾਲ ਹੀ ਹਾਂ। ਮੈਂ ਜਿਵੇਂ ਕਿਹਾ ਕਿ ਹੰਸਰਾਜ ਹੰਸ ਨੇ ਸ਼ਾਇਦ ਸਮਾਈਟ ਕਰ ਦਿੱਤਾ ਕਿ ਜਿੰਨਾ ਕੁ ਮੈਨੂੰ ਰਾਜਨੀਤੀ ਨੇ ਵਰਤਣਾ ਸੀ ਵਰਤ ਲਿਆ, ਜਿੰਨਾ ਕੁ ਮੈਂ ਵਰਤਣਾ ਸੀ ਵਰਤ ਲਿਆ, ਬਸ ਠੀਕ ਆ, ਹੁਣ ਵਿੱਚ ਵਿਚਾਲੇ ਜੇ ਜੀ। ਸੋ ਆਖਰੀ ਖਬਰ ਦੇ ਵੱਲ ਤੇਜ਼ੀ ਦੇ ਨਾਲ ਚੱਲਦੇ ਹਾਂ। ਜਰਾ ਘੱਟ ਸ਼ਬਦਾਂ ਵਿੱਚ ਇਸ ਤੇ ਚਾਨਣਾ ਪਾ ਦਿਓ ਕਿ ਮਨੁੱਖੀ ਤਸਕਰੀ ਦਾ ਇੱਕ ਗਿਰੋਹ ਫੜਿਆ ਗਿਆ ਕਹਿੰਦੇ। ਹਾਂਜੀ, ਇਹ ਤੇ ਦੇਖੋ ਗੁਰਪ੍ਰੀਤ ਜੀ, ਇਹ ਬੜੀ ਵੈਸੇ ਤੇ ਆਮ ਖਬਰ ਆ ਕਿ ਮਨੁੱਖੀ ਤਸਕਰੀ ਦੇ ਨਾਲ ਜੁੜਿਆ ਕੋਈ ਗਿਰੋਹ ਫੜਿਆ ਜਾਂਦਾ ਹੈ, ਤੇ ਸਾਡੀ ਆਡੀਅנס ਵੀ ਕਹੇਗੀ ਕਿ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਪਰ ਜੇ ਤੁਸੀਂ ਵੇਖੋਗੇ ਤਾਂ ਇੱਕ ਬਹੁਤ ਵੱਡੀ ਸਮੱਸਿਆ ਹੈ ਜੀ, ਇੱਧਰ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਬਹੁਤ ਸਾਰੇ ਬੱਚੇ ਜਾਂ ਅਲੜ ਉਮਰ ਦੇ ਜਿਹੜੇ ਹੈਗੇ ਨੇ ਮੁੰਡੇ ਕੁੜੀਆਂ, ਉਹ ਗਾਇਬ ਹੋ ਜਾਂਦੇ ਨੇ। ਬਹਰਹਾਲ
ਇਹਨਾਂ ਨੇ ਯਾਨੀ ਪੰਜਾਬ ਪੁਲਿਸ ਨੇ ਇੱਕ ਅੰਤਰਰਾਜੀ ਯਾਨੀ ਇੰਟਰਸਟੇਟ ਹਿਊਮਨ ਟ੍ਰੈਫਿਕਿੰਗ ਗਰੋਹ ਦਾ ਪਰਦਾਫਾਸ਼ ਕੀਤਾ। ਪੰਜਾਬ ਤੋਂ ਕੋਲਕਾਤਾ ਤੱਕ ਇਹ ਨੈਟਵਰਕ ਫੈਲਿਆ ਸੀ। 4 ਲੱਖ ਦੇ ਵਿੱਚ ਇੱਕ ਬੱਚੇ ਦਾ ਸੌਦਾ ਕੀਤਾ ਸੀ। ਉਸ ਤੋਂ ਬਾਅਦ 8 ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਹੋਈਆਂ ਨੇ। ਤਾਂ ਮਤਲਬ ਕਿ ਲੰਮਾ ਚੌੜਾ ਇਹ ਨੈਟਵਰਕ ਸੀਗਾ ਜਿਸ ਦਾ ਪਰਦਾਫਾਸ਼ ਕੀਤਾ ਤੇ ਹੁਣ ਫਤਿਹਗੜ੍ਹ ਸਾਹਿਬ ਪੁਲਿਸ ਹੋਰ ਵੀ ਤੱਥ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਨੇ ਕਿੰਨਾ ਕੁ ਹੋਰ ਤਾਮਝਾਮ ਜਿਹੜਾ ਆਪਦਾ ਫੈਲਾਇਆ ਸੀਗਾ ਤੇ ਉਹਦੇ ਵਿੱਚ ਕਿੰਨੀ ਕੁ ਟ੍ਰੈਫਿਕਿੰਗ ਜਿਹੜੀ ਆ ਹਿਊਮਨ ਦੇ ਤੌਰ ਤੇ ਹੋਈ ਹੈ ਜੀ। ਸੋ ਇਸੇ ਦੇ ਨਾਲ ਕਰਦੇ ਹਾਂ ਪ੍ਰੋਗਰਾਮ ਦੀ ਇੱਥੇ ਸਮਾਪਤੀ। ਸੋ ਤੁਸੀਂ ਜੁੜੇ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸਤਿ ਸ਼੍ਰੀ ਅਕਾਲ ਜੀ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ।